ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਭਾਗ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਇੱਕ ਬੇਨਤੀ ਹੈ ਸਾਰੇ ਭੈਣ ਭਰਾਵਾਂ ਅੱਗੇ, ਜੋ ਵੀ ਇਸ ਭਾਗ ਨੂੰ ਸੁਣੇਗਾ ਜਾਂ ਸੁਣ ਰਿਹਾ ਹੈ, ਕਿ ਕਿਰਪਾ ਕਰਕੇ ਸੰਤ ਜੀ ਦੀ ਜੀਵਨੀ ਦੇ ਸਾਰੇ ਹੀ ਭਾਗਾਂ ਨੂੰ ਫੋਲੋ ਕਰੋ ਸ਼ੁਰੂ ਤੋਂ ਲੈ ਕੇ। ਇਸ ਚੈਨਲ ਦੇ ਉੱਪਰ ਸੰਤ ਜੀ ਦੀ ਜੀਵਨੀ ਦੀ ਇੱਕ ਪਲੇਲਿਸਟ ਹੈ, ਉੱਥੋਂ ਉਹਨਾਂ ਦੇ ਜਨਮ ਤੋਂ ਲੈ ਕੇ ਅੰਤ ਤੱਕ ਦੀਆਂ ਸਾਰੇ ਭਾਗਾਂ ਨੂੰ ਮਤਲਬ ਕਵਰ ਕੀਤਾ ਜਾ ਰਿਹਾ ਹੈ। ਕਿਰਪਾ ਕਰਕੇ ਸਾਰੇ ਭਾਗਾਂ ਨੂੰ ਹੀ ਸੁਣੋ, ਇੱਕ ਲੜੀਵਾਰ ਸੁਣੋ। ਇਹ ਕੋਈ ਪਤਾ ਨਹੀਂ ਹੁੰਦਾ ਕਿਹੜੇ ਸੰਤਾਂ ਦੇ ਜੀਵਨ ਦੇ ਕਿਹੜੇ ਪਲ ਨੇ, ਕਿਹੜੀਆਂ ਘਟਨਾਵਾਂ ਨੇ ਆਪਣੀ ਜ਼ਿੰਦਗੀ ਨੂੰ ਇੱਕ ਨਵੀਂ ਡਾਇਰੈਕਸ਼ਨ ਨਾਲ ਮੋੜ ਦੇਣਾ ਹੈ। ਇਸ ਕਰਕੇ ਮੇਰੀ ਅੱਜ ਇਹੀ ਬੇਨਤੀ ਸੀਗੀ ਕਿ ਸੰਤ ਜੀ ਦੇ ਜੀਵਨੀ ਦੇ ਹਰ ਇੱਕ ਭਾਗ ਨੂੰ ਸੁਣੋ, ਹਰ ਇੱਕ ਉਹਨਾਂ ਨੇ ਕਿੱਦਾਂ ਆਪਣਾ ਪਰਮਾਰਥ ਦਾ ਰਾਹ ਸ਼ੁਰੂ ਕੀਤਾ ਅਤੇ ਕਿਸ ਤਰ੍ਹਾਂ ਉਹ ਇਸ ਵੱਲ ਵਧੇ, ਕਿਸ ਤਰ੍ਹਾਂ ਸਾਰਾ ਉਹਨਾਂ ਦਾ ਜੀਵਨ ਬੀਤਿਆ। ਇਸ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਸੁਣਨ ਦੀ ਕਿਰਪਾਲਤਾ ਕਰਨੀ। ਮੈਨੂੰ ਯਕੀਨ ਹੈ ਕਿ ਇਹਨਾਂ ਦੀ ਜੀਵਨੀ ਦਾ ਅਸਰ ਹਰ ਇੱਕ ਉਸ ਮਨੁੱਖ ਦੇ ਜੀਵਨ 'ਤੇ ਜ਼ਰੂਰ ਪਏਗਾ ਜੋ ਇਹਨਾਂ ਨੂੰ ਬਹੁਤ ਧਿਆਨ ਨਾਲ ਸੁਣ ਰਿਹਾ ਹੈ। ਧੰਨਵਾਦ। ਆਜੋ ਹੁਣ ਅਗਲਾ ਭਾਗ ਆਪਾਂ ਸ਼ੁਰੂ ਕਰਦੇ ਹਾਂ। ਰਾਵਲਪਿੰਡੀ ਵਿੱਚ ਸ਼੍ਰੀ ਗੁਰੂ ਸਿੰਘ ਸਭਾ ਦੀ ਧਰਮਸ਼ਾਲਾ, ਬਾਗ, ਸਰਦਾਰ ਸੁਜਾਨ ਸਿੰਘ ਤੇ ਖਾਲਸਾ ਹਾਈ ਸਕੂਲ ਵਿਖੇ ਬੜੇ ਹੀ ਭਾਰੀ ਦੀਵਾਨ ਸਜੇ। ਇੱਕ ਦਿਨ ਸ਼ਾਮ ਨੂੰ ਸੰਤ ਜੀ ਮਹਾਰਾਜ ਮੋਟਰ ਵਿੱਚ ਸਕੂਲ ਦੇ ਦੀਵਾਨ ਮਗਰੋਂ ਸ਼ਹਿਰ ਦੇ ਦੀਵਾਨ ਵੱਲ ਆ ਰਹੇ ਸਨ। ਮੋਟਰ ਵਿੱਚ ਸਰਦਾਰ ਹਰਦਿੱਤ ਸਿੰਘ ਦਰੋ, ਜਿਹੜੇ ਸਰਦਾਰ ਸੋਹਣ ਸਿੰਘ ਜੀ ਰਹੀਸ ਰਾਵਲਪਿੰਡੀ ਦੇ ਖਾਸ ਮਿੱਤਰ ਸਨ, ਮਹਾਰਾਜ ਜੀ ਦੇ ਨਾਲ ਬੈਠੇ ਸਨ। ਇਸ ਨੂੰ ਸੰਤ ਜੀ ਮਹਾਰਾਜ ਥਾਪੀਆਂ ਦੇ ਰਹੇ ਸਨ। ਬਖਸ਼ੀ ਬਰਕਤ ਸਿੰਘ ਸਪੁੱਤਰ ਬਖਸ਼ੀ ਸਾਧੂ ਸਿੰਘ ਜੀ ਕਹੂਟਾ, ਜਿਹੜੇ ਕਿ ਉਸ ਵੇਲੇ ਖਾਲਸਾ ਹਾਈ ਸਕੂਲ ਵਿੱਚ ਪੜ੍ਹਦੇ ਸਨ, ਮਹਾਂਪੁਰਖ ਦੀ ਇਸ ਮਿਹਰ ਦਾ ਨਜ਼ਾਰਾ ਵੇਖ ਰਹੇ ਸਨ। ਇਹਨਾਂ ਦੇ ਦਿਲ ਵਿੱਚ ਇਹ ਤੀਵਰ ਇੱਛਾ ਫੁਰੀ ਕਿ ਕਦੇ ਸੰਤ ਜੀ ਮਹਾਰਾਜ ਮੇਰੇ 'ਤੇ ਵੀ ਥਾਪੀ ਦੀ ਮਿਹਰ ਕਰਨ। ਕਰੀਬਨ 4 ਸਾਲ ਦਾ ਸਮਾਂ ਬੀਤ ਗਿਆ। ਨਨਕਾਣੇ ਸਾਹਿਬ ਦੇ ਸਾਕੇ ਮਗਰੋਂ ਸੰਨ 1920 ਈਸਵੀ ਦੀਆਂ ਗਰਮੀਆਂ ਵਿੱਚ ਬਖਸ਼ੀ ਬਰਕਤ ਸਿੰਘ ਜੀ ਲਾਹੌਰ ਦੇ ਸਟੇਸ਼ਨ 'ਤੇ ਖਲੋਤੇ ਸਨ। ਸੰਤ ਜੀ ਮਹਾਰਾਜ ਇੱਕ ਸੈਕਿੰਡ ਕਲਾਸ ਦੇ ਡੱਬੇ ਵਿੱਚੋਂ ਉਤਰੇ ਅਤੇ ਬਖਸ਼ੀ ਸਿੰਘ ਨੇ ਦੂਰੋਂ ਹੀ ਸਿਆਣ ਲਿਆ। ਪ੍ਰੇਮੀ ਛੇਤੀ ਛੇਤੀ ਅੱਗੇ ਵਧਿਆ ਅਤੇ ਮੱਥਾ ਟੇਕਿਆ, ਫਿਰ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਜੀ ਕਿੱਧਰ ਜਾ ਰਹੇ ਹੋ। ਸੰਤ ਜੀ ਮਹਾਰਾਜ ਨੇ ਫਰਮਾਇਆ, ਚੋਹਾ ਸਾਹਿਬ, ਰੋਹਤਾਸ ਪਹੁੰਚਣਾ ਹੈ। ਬਖਸ਼ੀ ਜੀ ਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਇੱਥੇ ਹੀ ਦਰਸ਼ਨ ਦਿਓ। ਸੰਤ ਜੀ ਮਹਾਰਾਜ ਨੇ ਫਰਮਾਇਆ ਕਿ ਅਸਾਂ ਵੇਲੇ ਸਿਰ ਪਹੁੰਚਣਾ ਹੈ, ਉੱਥੇ ਵਕਤ ਦਿੱਤਾ ਹੋਇਆ ਹੈ। ਇਹ ਗੱਡੀ ਅੱਗੇ ਨਹੀਂ ਜਾਂਦੀ, ਇਸ ਲਈ ਇਸ ਤੋਂ ਉੱਤਰ ਖਲੋਤੇ ਹਾਂ। ਬਖਸ਼ੀ ਬਰਕਤ ਸਿੰਘ ਜੀ ਨੇ ਹੱਥ ਜੋੜ ਕੇ ਬਿਨੈ ਕੀਤੀ, ਸੱਚੇ ਪਾਤਸ਼ਾਹ ਇਹ ਗੱਡੀ ਤੋੜ ਜਾਣ ਵਾਲੀ ਹੈ। ਇਹ ਸੁਣ ਕੇ ਸੰਤ ਜੀ ਉਸੇ ਡੱਬੇ ਵੱਲ ਗਏ, ਪਰ ਇਹ ਖਚਾਖਚ ਭਰ ਚੁੱਕਾ ਸੀ। ਬਖਸ਼ੀ ਜੀ ਨੇ ਆਖਿਆ, ਮਹਾਰਾਜ ਜੀ ਅੱਗੇ ਚੱਲ ਕੇ ਦੂਜੇ ਡੱਬੇ ਵਿੱਚ ਬੈਠ ਜਾਓ। ਅਗਲੇ ਡੱਬੇ ਵੱਲ ਜਾਂਦਿਆਂ ਇੱਕ ਡੱਬੇ ਵਿੱਚ ਜਥੇ ਦੀ ਸੰਗਤ ਆਰਾਮ ਨਾਲ ਬੈਠੀ ਨਜ਼ਰ ਆਈ। ਉਹਨਾਂ ਨੂੰ ਸੰਤ ਜੀ ਮਹਾਰਾਜ ਨੇ ਹੁਕਮ ਦਿੱਤਾ ਕਿ ਤੁਸੀਂ ਆਰਾਮ ਨਾਲ ਬੈਠੇ ਰਹੋ। ਦੂਜੇ ਦਰਜੇ ਦੇ ਅਗਲੇ ਡੱਬੇ ਵਿੱਚ ਵੀ ਭੀੜ ਬਹੁਤ ਸੀ। ਬਖਸ਼ੀ ਜੀ ਨੇ ਅੰਤ ਮਹਾਰਾਜ ਨੂੰ ਅਵਲ ਦਰਜੇ ਦੇ ਡੱਬੇ ਵਿੱਚ ਬਿਠਾ ਦਿੱਤਾ ਅਤੇ ਟਿਕਟ ਪਹਿਲੇ ਦਰਜੇ ਦੀ ਕਰਵਾ ਲਈ। ਫਿਰ ਬਖਸ਼ੀ ਜੀ ਨੇ ਹੱਥ ਜੋੜ ਕੇ ਪੁੱਛਿਆ, ਮਹਾਰਾਜ ਜੀ ਕੋਈ ਸੇਵਾ? ਸੰਤ ਜੀ ਮਹਾਰਾਜ ਨੇ ਫਰਮਾਇਆ, ਇਹ ਸਾਡਾ ਗੜਵਾ ਲੈ ਜਾਓ ਅਤੇ ਥੋੜ੍ਹੀ ਚਾਹ ਜਾਂ ਗਰਮ ਜਲ ਲੈ ਆਓ। ਬਖਸ਼ੀ ਜੀ ਨੇ ਸੰਤ ਜੀ ਮਹਾਰਾਜ ਦਾ ਸਰਬ ਲੋਹ ਦਾ ਗੜਵਾ ਫੜ ਲਿਆ ਅਤੇ ਸਟੇਸ਼ਨ ਤੋਂ ਬਾਹਰ ਜਾ ਕੇ ਅੱਧਾ ਦੁੱਧ ਅਤੇ ਅੱਧੀ ਚਾਹ ਦਾ ਭਰਵਾ ਕੇ ਲਿਆ ਹਾਜ਼ਰ ਕੀਤਾ। ਹੁਣ ਗੱਡੀ ਤੁਰ ਪਈ ਸੀ ਤੇ ਬਖਸ਼ੀ ਜੀ ਵੀ ਨਾਲ ਬੈਠ ਗਏ ਅਤੇ ਸੰਤ ਜੀ ਮਹਾਰਾਜ ਨੂੰ ਚਾਹ ਪਿਆਣ ਲੱਗ ਪਏ। ਇੱਕ ਹੱਥ ਵਿੱਚ ਗਲਾਸ ਫੜ ਕੇ ਸੰਤ ਜੀ ਮਹਾਰਾਜ ਚਾਹ ਪੀਣ ਲੱਗ ਪਏ ਅਤੇ ਦੂਜੇ ਨਾਲ ਬਖਸ਼ੀ ਜੀ ਨੂੰ ਥਾਪੜੀਆਂ ਦਿੰਦੇ ਰਹੇ। ਇਸੇ ਪ੍ਰੇਮ ਦੇ ਰੰਗ ਵਿੱਚ ਬਦਾਮੀ ਬਾਗ ਦਾ ਸਟੇਸ਼ਨ ਆ ਗਿਆ। ਇੱਥੇ ਸੰਤ ਜੀ ਮਹਾਰਾਜ ਨੇ ਬਖਸ਼ੀ ਜੀ ਨੂੰ ਪੁੱਛਿਆ ਕਿ ਭਾਈ ਨਾਮ ਜਪਦਾ ਹੁੰਨਾ ਹੈ? ਬਖਸ਼ੀ ਜੀ ਨੇ ਬੇਨਤੀ ਕੀਤੀ ਕਿ ਦਾਸ ਨਿਤਨੇਮ ਦੀਆਂ ਬਾਣੀਆਂ ਤਾਂ ਜ਼ਰੂਰ ਅੰਮ੍ਰਿਤ ਵੇਲੇ ਪੜ੍ਹਦਾ ਹਾਂ, ਪਰ ਨਾਮ ਦਾ ਪਤਾ ਨਹੀਂ ਕਿ ਇਹ ਕੀ ਵਸਤੂ ਹੈ। ਸੰਤ ਜੀ ਨੇ ਫਰਮਾਇਆ, ਭਾਈ ਸਤਨਾਮ ਵਾਹਿਗੁਰੂ ਜਪਿਆ ਕਰ। ਫਿਰ ਬਖਸ਼ੀ ਜੀ ਨੇ ਪੁੱਛਿਆ, ਮਹਾਰਾਜ ਜੀ ਕਿੰਨੀ ਵਾਰੀ ਜਪਿਆ ਕਰਾਂ? ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ 10,000 ਵਾਰੀ।
ਬਖਸ਼ੀ ਜੀ ਨੇ ਫੇਰ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਇਹ ਤਾਂ ਬਹੁਤ ਸਾਰਾ ਹੈ। ਉਸੇ ਵੇਲੇ ਸੰਤ ਜੀ ਮਹਾਰਾਜ ਨੇ ਹਿਸਾਬ ਲਾਇਆ ਤੇ ਆਖਿਆ ਕਿ ਇੱਕ ਮਾਲਾ 1.5 ਮਿੰਟ ਵਿੱਚ ਫਿਰਦੀ ਹੈ। 1000 ਵਾਸਤੇ 15 ਮਿੰਟ ਅਤੇ 10,000 ਵਾਸਤੇ 3 ਘੰਟੇ ਲੱਗਦੇ ਹਨ। ਬਖਸ਼ੀ ਜੀ ਨੇ ਬੇਨਤੀ ਕੀਤੀ, ਮਹਾਰਾਜ, ਇੰਨਾ ਚਿਰ ਜਪਣਾ ਬੜਾ ਔਖਾ ਹੈ। ਇਹ ਸੁਣ ਕੇ ਸੰਤ ਜੀ ਮਹਾਰਾਜ ਦਾ ਚਿਹਰਾ ਕੁਛ ਉਦਾਸ ਜਿਹਾ ਨਜ਼ਰ ਆਇਆ। ਮਹਾਂਪੁਰਖਾਂ ਦਾ ਨਾਮ ਜਪਣ ਨਾਲ ਇਹ ਪ੍ਰੇਮ ਦੇਖ ਕੇ ਬਖਸ਼ੀ ਜੀ ਦਾ ਚਿੱਤ ਦ੍ਰਵੀਭੂਤ ਹੋ ਗਿਆ। ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਜੀ, ਹਜ਼ੂਰ ਦੀ ਮਿਹਰ ਹੋਈ ਤਾਂ 3 ਘੰਟੇ ਹੀ ਜਪਿਆ ਕਰਾਂਗਾ। ਸੰਤ ਜੀ ਹੱਸ ਪਏ ਅਤੇ ਬਖਸ਼ੀ ਜੀ ਨੂੰ ਹੁਕਮ ਦਿੱਤਾ ਕਿ ਹੁਣ ਤੁਸੀਂ ਉੱਤਰ ਜਾਓ ਤੇ ਆਪਣਾ ਕੰਮ-ਕਾਰ ਕਰੋ। ਬਖਸ਼ੀ ਜੀ ਨੇ ਆਖਿਆ, ਦਾਸ ਰੇਲਵੇ ਵਿੱਚ ਹੀ ਨੌਕਰ ਹੈ, ਟਿਕਟ ਦਾ ਕੋਈ ਚੱਕਰ ਨਹੀਂ। ਕੁਝ ਦੂਰ ਹੋਰ ਹਜ਼ੂਰ ਦੇ ਨਾਲ ਚੱਲਾਂਗਾ। ਪਰ ਸੰਤ ਜੀ ਮਹਾਰਾਜ ਨੇ ਹੁਕਮ ਦਿੱਤਾ ਕਿ ਹੁਣ ਸਾਡੇ ਸਿਮਰਨ ਦਾ ਵੇਲਾ ਹੋ ਗਿਆ ਹੈ, ਤੁਸੀਂ ਉੱਤਰ ਜਾਓ। ਆਗਿਆ ਮੰਨ ਕੇ ਬਖਸ਼ੀ ਜੀ ਗੱਡਿਓਂ ਲੈ ਗਏ ਅਤੇ ਦੂਜੀ ਗੱਡੀ ਚੜ੍ਹ ਕੇ ਲਾਹੌਰ ਪਹੁੰਚ ਗਏ। ਇਹ ਆਪਣੇ ਚਿੱਤ ਵਿੱਚ ਬੜੇ ਹੀ ਨਿਹਾਲ ਅਤੇ ਗਦਗਦ ਸਨ ਅਤੇ ਇਸ ਖੁਸ਼ੀ ਵਿੱਚ ਮਸਤ ਸਨ ਕਿ ਸਾਡਾ 1916 ਦਾ ਫੁਰਨਾ ਸੰਤ ਜੀ ਨੇ ਅੱਜ ਪੂਰਾ ਕੀਤਾ ਹੈ। ਪਿੰਡ ਬਡਰੁੱਖਾਂ ਵਿੱਚ ਜਿੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ, ਇੱਥੇ ਸੰਤ ਜੀ ਮਹਾਰਾਜ ਨੇ ਭਾਰੀ ਦੀਵਾਨ ਕੀਤੇ ਸੀ। ਸਰਬੱਤ ਸਾਧ ਸੰਗਤ ਨੂੰ ਅੰਮ੍ਰਿਤ ਛਕਾਇਆ। ਇਸੇ ਹੀ ਪਿੰਡ ਵਿੱਚ ਇੱਕ ਦਿਨ ਇੱਕ ਮਾਤਾ ਜੀ ਨੇ ਬੜੇ ਪਿਆਰ ਸਹਿਤ ਲੰਗਰ ਤਿਆਰ ਕਰਕੇ ਮਹਾਰਾਜ ਜੀ ਨੂੰ ਛਕਾਇਆ। ਹਰਬਖਸ਼ ਸਿੰਘ ਦੀ ਉਮਰ ਉਸ ਸਮੇਂ 5 ਤੋਂ 7 ਸਾਲਾਂ ਦੀ ਸੀ। ਮਹਾਰਾਜ ਨੇ ਬਚਨ ਕੀਤਾ, ਤੇਰਾ ਪੁੱਤਰ ਇੱਕ ਵੱਡਾ ਅਹੁਦੇਦਾਰ ਬਣ ਕੇ ਉੱਡੇ। ਸਮਾਂ ਪਾ ਕੇ ਉਹ ਦਿੱਲੀ ਵਿੱਚ ਇੱਕ ਦਿਨ ਜਹਾਜ਼ ਚੜਾਉਣ ਗਈ। ਜਦੋਂ ਜਰਨਲ ਦਾ ਜਹਾਜ਼ ਆਕਾਸ਼ੀ ਉੱਡਿਆ ਤਾਂ ਮਾਤਾ ਜੀ ਨੂੰ ਸੰਤ ਜੀ ਮਹਾਰਾਜ ਦਾ ਉਸ ਵੇਲੇ ਦਾ ਬਚਨ ਯਾਦ ਆਇਆ। ਇਸ ਪਿੰਡ ਬਡਰੁੱਖਾਂ ਵਿੱਚ ਹੀਰਾ ਸਿੰਘ ਨਾਭਾ ਸਰਕਾਰ ਦਾ ਜਨਮ ਹੋਇਆ। ਇਸੇ ਪਿੰਡ ਵਿੱਚ ਹੀ ਮਹਾਰਾਜ ਰਣਜੀਤ ਸਿੰਘ ਜੀ ਦਾ ਜਨਮ ਹੋਇਆ। ਇੱਕ ਦਿਨ ਜ਼ਿਲ੍ਹਾ ਰਾਵਲਪਿੰਡੀ ਦੇ ਕੱਲਰ, ਘਨੋਹਾ, ਸਾਗਰੀ, ਨਡਾਲੀ, ਥੋਹਾਲਕੋਟਾ ਤੇ ਦੁਪੇਰਨ ਪਿੰਡਾਂ ਦੇ ਇੱਕ ਦੀਵਾਨ ਵਿੱਚ ਸੰਗਤ ਬਹੁਤ ਇਕੱਠੀ ਹੋਈ ਸੀ ਤਾਂ ਸਮਾਪਤੀ ਵੇਲੇ ਸੰਗਤ ਨੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਕਿ ਸਾਡੇ ਧੰਨ ਭਾਗ ਹਨ ਜੋ ਅਸੀਂ ਅਮੋਲਕ ਬਾਣੀ ਦਾ ਕੀਰਤਨ ਸਰਵਣ ਕਰਦੇ ਹਾਂ, ਪਰੰਤੂ ਇੱਕ ਸ਼ੰਕਾ ਹੈ ਜੋ ਹਜ਼ੂਰ ਤੋਂ ਬਗੈਰ ਨਵਿਰਤ ਨਹੀਂ ਹੋ ਸਕਦੀ। ਭਾਈ, ਤੁਹਾਡੀ ਕੀ ਸ਼ੰਕਾ ਹੈ, ਦੱਸੋ? ਮਹਾਰਾਜ ਜੀ ਨੇ ਪੁੱਛਿਆ। ਸੰਗਤਾਂ ਨੇ ਸ਼ੰਕਾ ਦੱਸੀ ਕਿ ਜਦੋਂ ਆਪ ਸਰੀਰ ਛੱਡੋਗੇ ਤਾਂ ਕਿੱਥੇ ਜਾਓਗੇ? ਹਜ਼ੂਰ ਨੇ ਫਰਮਾਇਆ, ਇਹ ਮਕਾਨ ਜਿਸ ਵਿੱਚ ਬੈਠੇ ਹਾਂ, ਜੇਕਰ ਇਹਦੀ ਛੱਤ ਹਟਾ ਦਈਏ ਤਾਂ ਆਕਾਸ਼ ਹੀ ਆਕਾਸ਼ ਵਿੱਚ ਮਿਲ ਜਾਂਦਾ ਹੈ। ਜੇ ਘੜਾ ਪਾਣੀ ਦਾ ਭਰ ਕੇ ਪਾਣੀ ਵਿੱਚ ਰੱਖ ਦਈਏ ਤਾਂ ਘੜਾ ਫੁੱਟ ਜਾਣ ਤੇ ਪਾਣੀ ਵਿੱਚ ਹੀ ਸਮਾ ਜਾਂਦਾ ਹੈ। ਇਹ ਸਰੀਰ ਦੇ ਤਿਆਗਣ ਤੇ ਜੋਤੀ ਜੋਤ ਵਿੱਚ ਹੀ ਸਮਾਉਂਦਾ ਹੈ। ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ਜਿਉ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਮਹਾਰਾਜ ਜੀ, ਬੇਨਤੀ ਹੈ ਕਿ ਸੰਸਾਰ ਨੂੰ ਤਾਰਨ ਵਾਸਤੇ ਅਵਤਾਰ ਕਿੱਥੋਂ ਆਉਂਦੇ ਹਨ? ਭਾਈ, ਅਵਤਾਰ 4 ਪ੍ਰਕਾਰ ਦੇ ਹਨ, ਆਸਾ, ਅਵੇਸਾ, ਅੰਸਾ ਅਤੇ ਪੂਰਨ। ਭਗਵਾਨ ਰਾਮ ਜੀ 14 ਕਲਾ, ਕ੍ਰਿਸ਼ਨ 16 ਕਲਾ, ਪਰਸਰਾਮ 6 ਕਲਾ, ਪਰ ਗੁਰੂ ਨਾਨਕ ਦੇਵ ਜੀ ਅਨੇਕਾਂ ਤਾਕਤਾਂ ਲੈ ਕੇ ਆਏ। ਗੁਰੂ ਅਰਜਨ ਸਾਹਿਬ ਜੀ ਨੇ ਫਰਮਾਇਆ ਹੈ, ਮਾਰੂ 16 ਮਹੱਲਾ 5ਵਾਂ, 16 ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕੁਰ ਚੜਿਆ। ਗੁਰੂ ਜੀ ਨੇ ਨਾਮ ਦਾ ਜਹਾਜ਼ 4 ਅੱਖਰਾਂ ਵਾਲਾ ਸੰਸਾਰ ਤਾਰਨ ਲਈ ਬਣਾਇਆ ਅਤੇ ਨਿਰਗੁਣ ਤੇ ਸਰਗੁਣ, ਨਿਰਗੁਣ ਭਾਵ ਸ਼ਬਦ ਤੇ ਸਰਗੁਣ ਭਾਵ ਸਰੀਰ, ਸਰੂਪ ਧਾਰਨ ਕੀਤੇ। ਭਾਈ ਗੁਰਦਾਸ ਜੀ ਫਰਮਾਉਂਦੇ ਹਨ, ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਪ੍ਰਗਟਿਆ ਦਾ ਮਤਲਬ ਹੈ ਕਿ ਉਹ ਜਨਮ ਮਰਨ ਤੋਂ ਰਹਿਤ ਹੈ। ਮਹਾਰਾਜ, ਇਹ ਤਾਂ ਦੱਸੋ ਕਿ ਅਵਤਾਰ ਆਉਂਦੇ ਕਿੱਥੋਂ ਹਨ? ਹਜ਼ੂਰ ਨੇ ਫਰਮਾਇਆ ਕਿ ਨਿਰੰਕਾਰ ਸਮੁੰਦਰ ਦੀ ਨਿਆਈ ਹੈ। ਸਮੁੰਦਰ ਵਿੱਚ ਹਵਾ ਸਦਕੇ ਲਹਿਰਾਂ ਉੱਠਦੀਆਂ ਹਨ ਅਤੇ ਪਾਣੀ ਉਛਾਲੇ ਮਾਰਦਾ ਹੈ, ਪਰ ਹਵਾ ਬੰਦ ਹੋਣ ਤੇ ਲਹਿਰ ਸਮੁੰਦਰ ਵਿੱਚ ਹੀ ਸਮਾ ਜਾਂਦੀ ਹੈ। ਉਸੇ ਤਰ੍ਹਾਂ ਨਿਰੰਕਾਰ ਤੋਂ ਜੋ ਆਉਂਦੇ ਹਨ, ਨਿਰੰਕਾਰ ਵਿੱਚ ਹੀ ਜਾ ਸਮਾਉਂਦੇ ਹਨ। ਹੋਰ ਪ੍ਰਮਾਣ ਸੰਤ ਜੀ ਮਹਾਰਾਜ ਨੇ ਦਿੱਤਾ, ਜਿਵੇਂ ਕਿ ਜੇਲ੍ਹ ਖਾਨੇ ਅੰਦਰ ਡਾਕਟਰ ਵੀ ਜਾਂਦਾ ਹੈ ਤੇ ਦਰੋਗਾ ਵੀ, ਉਹਨਾਂ ਦੇ ਅੰਦਰ ਜਾਂ ਬਾਹਰ ਆਉਣ ਵਿੱਚ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ। ਇਹ ਸੰਸਾਰ ਵੀ ਇੱਕ ਜੇਲ੍ਹ ਖਾਨੇ ਦੀ ਨਿਆਈ ਹੈ। ਪਵਿੱਤਰ ਰੂਹਾਂ ਤੇ ਧਰਮ ਰਾਜ ਦਾ ਕਾਨੂੰਨ ਲਾਗੂ ਨਹੀਂ ਹੁੰਦਾ। ਪਵਿੱਤਰ ਰੂਹਾਂ ਦੇ ਉੱਪਰ ਧਰਮ ਰਾਜ ਦਾ ਕਾਨੂੰਨ ਲਾਗੂ ਨਹੀਂ ਹੁੰਦਾ।
ਪਿੰਡ ਪੱਖੋਵਾਲ, ਜ਼ਿਲ੍ਹਾ ਲੁਧਿਆਣਾ, ਇੱਥੇ ਮਹਾਰਾਜ ਨੇ ਕਈ ਦੌਰੇ ਕੀਤੇ ਅਤੇ ਪ੍ਰੇਰਨਾ ਕੀਤੀ ਕਿ ਗੁਰਦੁਆਰਾ ਬਣਾਓ ਅਤੇ ਸੰਗਤਾਂ ਨੇ ਗੁਰਦੁਆਰਾ ਬਣਾਉਣ ਦਾ ਉਪਰਾਲਾ ਕਰ ਲਿਆ। ਪਿੰਡ ਦੀਆਂ ਧੀਆਂ ਭੈਣਾਂ ਮਾਈਆਂ ਨੇ ਜਥੇਦਾਰਨੀ ਦਲੀਪ ਕੌਰ ਦੀ ਅਗਵਾਈ ਵਿੱਚ ਗੁਰਮਤਾ ਕੀਤਾ ਕਿ ਸਾਰੀਆਂ ਇੱਟਾਂ ਬੀਬੀਆਂ ਨੇ ਸਿਰ ਤੇ ਢੋਣ, ਖੋਤਾ ਗੱਡਾ ਨਾ ਕੀਤਾ ਜਾਵੇ। ਬੀਬੀਆਂ ਨੇ ਟੋਕਰੀਆਂ ਵਿੱਚ ਇੱਟਾਂ ਰੱਖ ਕੇ 1 ਘੰਟੇ ਵਿੱਚ ਹੀ ਕਈ ਹਜ਼ਾਰ ਇੱਟ ਢੋ ਦਿੱਤੀ। ਮਿਸਤਰੀਆਂ ਨੇ ਗੁਰਦੁਆਰਾ ਬਣਾ ਦਿੱਤਾ। ਇੱਟਾਂ ਢੋਂਦਿਆਂ ਬੱਚੀਆਂ ਦੇ ਹਿਰਦੇ ਵਿੱਚੋਂ ਪੁਕਾਰ ਨਿਕਲੀ, ਮਹਾਰਾਜ ਗੁਰਦੁਆਰਾ ਬਣ ਗਿਆ ਹੈ, ਦਰਸ਼ਨ ਦਿਓ, ਦੀਵਾਨ ਸਜਾਓ ਅਤੇ ਅੰਮ੍ਰਿਤ ਦੀ ਦਾਤ ਬਖਸ਼ੋ। ਇਹ ਪੁਕਾਰ ਸੁਣੀ ਗਈ ਅਤੇ ਹਜ਼ੂਰ ਦੌਰਾ ਕਰਦੇ ਕਰਦੇ ਇੱਥੇ ਪਹੁੰਚੇ। 2 ਦੀਵਾਨ ਇੱਥੇ ਹੀ ਹੋਏ। ਖਚਾ ਖਚ ਭਰੇ ਦੀਵਾਨ ਵਿੱਚ ਬੀਬੀਆਂ ਵੀ ਬੈਠੀਆਂ ਸਨ। 1 ਘੰਟਾ ਕੀਰਤਨ ਉਪਰੰਤ ਹਜ਼ੂਰ ਕਹਿਣ ਲੱਗੇ, ਸਾਜ਼ ਬੰਦ ਕਰ ਦਿਓ। ਸਾਰੀ ਸੰਗਤ ਹਜ਼ੂਰ ਵੱਲ ਵੇਖਣ ਲੱਗ ਪਈ ਕਿ ਕੀ ਗੱਲ ਹੈ। ਮਹਾਰਾਜ ਨੇ ਇਸ ਤਰ੍ਹਾਂ ਬਚਨ ਕੀਤੇ, ਭਾਈ ਸੰਗਤ ਨੇ ਸ਼ਰਧਾ ਨਾਲ ਇੱਟ ਢੋਈ ਹੈ ਤੇ ਗੁਰਦੁਆਰਾ ਬਣਾਇਆ ਹੈ। ਤੁਹਾਡੀ ਪ੍ਰੇਮ ਦੀ ਤਾਰ ਸਾਡੇ ਕੋਲ ਪਹੁੰਚ ਗਈ ਸੀ। ਉੱਤਰ ਸੁਣਨ ਲਈ ਤਿਆਰ ਹੋ ਜਾਓ। ਜਿੰਨੀ ਸੰਗਤ ਸਾਡੇ ਸਾਹਮਣੇ ਦੀਵਾਨ ਵਿੱਚ ਬੈਠੀ ਹੈ, ਉਸ ਦੀ ਸੇਵਾ ਇੱਕ ਵਾਰੀ ਗੁਰੂ ਨਾਨਕ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਏਗੀ। ਅੱਗੇ ਜੋ ਗੁਰੂ ਨਾਨਕ ਨੂੰ ਭਾਵੇ, ਇਹ ਸੇਵਾ ਦਾ ਫਲ ਹੈ। 5ਵੇਂ ਪਾਤਸ਼ਾਹ ਦੀ ਪੰਗਤੀ ਪੜ੍ਹੀ, ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਜ਼ਿਲ੍ਹਾ ਲੁਧਿਆਣਾ ਦੀ ਅਹਿਮਦਗੜ੍ਹ ਮੰਡੀ ਦੇ ਨੇੜੇ ਪਿੰਡ ਜੰਡ ਦੇ ਸੋਢੀ ਕੀਰਤਨੀਆਂ ਨੂੰ ਸੰਤ ਜੀ ਮਹਾਰਾਜ ਦੇ ਸੇਵਕ ਬੇਨਤੀ ਕਰਕੇ ਪਿੰਡ ਫਲੇਵਾਲ ਤੋਂ ਲਿਆਏ। 2 ਦੀਵਾਨ ਸੱਜੇ। ਤੀਸਰੇ ਦਿਨ ਸੰਗਤ ਬਹੁਤ ਜੁੜੀ। ਕੀਰਤਨ ਦਾ ਭੋਗ ਪਿਆ। ਮਹਾਂਪੁਰਖਾਂ ਨੇ ਬਚਨ ਕੀਤਾ, ਭਾਈ ਅੰਮ੍ਰਿਤ ਛਕ ਕੇ ਨੱਕ ਕੰਨ ਨਹੀਂ ਛੇਦਣੇ ਚਾਹੀਦੇ ਅਤੇ ਨਾ ਹੀ ਗਹਿਣੇ ਪਾਉਣੇ ਚਾਹੀਦੇ ਹਨ। ਸਰੀਰ ਨੇ ਸਦਾ ਨਹੀਂ ਰਹਿਣਾ। ਮਨੁੱਖਾ ਜਨਮ ਪ੍ਰਾਪਤ ਕਰਕੇ ਸੇਵਾ ਕਰੀਏ ਤੇ ਨਾਮ ਜਪੀਏ ਤਾਂ ਕਲਿਆਣ ਹੋਵੇਗਾ, ਨਹੀਂ ਤਾਂ ਇਸ ਜੀਵ ਨੂੰ 84 ਵਾਲੇ ਗੇੜੇ ਬਣੇ ਰਹਿਣੇ ਆ। ਇਹ ਦੇਹੀ ਤਾਂ ਹੀ ਸਫਲ ਹੈ ਜੇ ਸ਼ੁਭ ਅਮਲ ਕਰੀਏ। ਫਿਰ ਪਿੰਡ ਧੂਰਕੋਟ ਗਏ ਤੇ ਕਈ ਦੀਵਾਨ ਕੀਤੇ। ਪਿੰਡ ਦੇ ਮੁਖੀਏ ਭਾਈ ਬਖਤਾਵਰ ਸਿੰਘ ਨੇ ਅਹਿਮਦਗੜ੍ਹ ਮੰਡੀ ਸਟੇਸ਼ਨ ਦੇ ਨੇੜੇ ਕੋਠੀ ਬਣਾਈ ਜੋ ਅਜੇ ਤੱਕ ਕਾਇਮ ਹੈ। ਬਖਤਾਵਰ ਸਿੰਘ ਨੇ ਬੇਨਤੀ ਕੀਤੀ ਕਿ ਕਿਰਪਾ ਕਰੋ ਮੇਰੀ ਕੋਠੀ ਨੇੜੇ ਆਬਾਦੀ ਹੋ ਜਾਵੇ। ਹਜ਼ੂਰ ਨੇ ਫਰਮਾਨ ਕੀਤਾ ਕਿ ਇੱਥੇ ਬੜੀ ਆਬਾਦੀ ਹੋਵੇਗੀ, ਰਹਿਣ ਨੂੰ ਥਾਂ ਨਹੀਂ ਮਿਲੇਗੀ। ਇਸ ਸਰਕਾਰ ਨੂੰ ਇਸ ਤਰ੍ਹਾਂ ਨੇਕ ਕੰਮਾਂ ਵੱਲ ਜੋੜਿਆ ਅਤੇ ਸਮਾਂ ਪਾ ਕੇ ਇਹ ਮਸਤੂਆਣੇ ਦਾ ਪ੍ਰਧਾਨ ਵੀ ਰਿਹਾ। ਇਹ ਇੰਨਾ ਅਮੀਰ ਹੁੰਦਿਆਂ ਹੋਇਆਂ ਵੀ ਸਰਦੀ ਵਿੱਚ ਇੱਕ ਖੱਦਰ ਦੀ ਚਾਦਰ ਲਪੇਟੀ ਰੱਖਦਾ ਸੀ। ਇਸ ਦੇ ਨੇੜੇ 1 ਮੀਲ ਦੇ ਫਾਸਲੇ ਤੇ ਖੇੜਾ ਨਗਰ ਹੈ, ਜਿੱਥੇ 2 ਵਕਤ ਦੀਵਾਨ ਲੱਗੇ। ਹਜ਼ੂਰ ਸੂਰਜ ਨਿਕਲਦੇ ਹੀ ਰੋਜ਼ ਦੀਵਾਨ ਦੀ ਸਮਾਪਤੀ ਕਰ ਦਿੰਦੇ। ਫਿਰ ਆਪ ਰੇਲਵੇ ਲਾਈਨ ਤੇ ਕੋਠੀ ਦੇ ਨੇੜੇ ਆ ਕੇ ਖਲੋ ਗਏ। ਦਾਸ ਵੀ ਕੋਲ ਖੜਾ ਸੀ। ਸਰਦੀ ਦਾ ਮੌਸਮ ਸੀ ਅਤੇ ਸੂਰਜ ਨਿਕਲ ਰਿਹਾ ਸੀ। ਹਜ਼ੂਰ ਨੇ ਇੱਕ ਪੰਗਤੀ ਪੜ੍ਹੀ, ਬਟਾਊ ਸਿਓ ਜੋ ਲਾਵੇ ਨੇ, ਤਾਕੋ ਹਾਥ ਨਾ ਆਵੇ ਕੇ। ਦੱਸੋ ਭਾਈ ਇਹਦਾ ਕੀ ਅਰਥ ਹੈ? ਸਾਰੀ ਸੰਗਤ ਚੁੱਪ ਕਰ ਗਈ। ਆਪ ਕਿਰਪਾ ਕਰੋ। ਕਹਿਣ ਲੱਗੇ, ਬਟਾਊ ਦਾ ਮਤਲਬ ਬਾਟ। ਰਸਤੇ ਜਾਂਦੇ 2 ਪ੍ਰੇਮੀ ਇਕੱਠੇ ਹੋ ਜਾਣ, ਅੱਗੇ ਜਾ ਕੇ ਰਸਤਾ ਬਦਲ ਜਾਵੇ ਆਪਣੇ ਆਪਣੇ ਪਿੰਡਾਂ ਨੂੰ, ਜੇ ਨੇਹੂ ਲਾ ਕੇ ਬੈਠ ਜਾਣ ਕਿ ਅਸੀਂ ਇਕੱਠੇ ਹੀ ਰਹਿਣਾ ਹੈ ਤੇ ਇਹ ਨਹੀਂ ਹੋ ਸਕਦਾ। ਉਹਨਾਂ ਨੇ ਅਖੀਰ ਵਿੱਚ ਅੱਡ-ਅੱਡ ਹੋ ਜਾਣਾ ਹੈ। ਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ ਹਨ, ਸਮਾਂ ਪਾ ਕੇ ਸਭ ਨੇ ਅੱਡੋ ਅੱਡੀ ਸੰਸਾਰ ਤੋਂ ਤੁਰ ਜਾਣਾ ਹੈ। ਜੇ ਐਵੇਂ ਹੀ ਸੰਸਾਰ ਵਿੱਚ ਤੀਵੀਂ ਪੁੱਤਰਾਂ ਧੀਆਂ ਜ਼ਮੀਨ ਨਾਲ ਮੋਹ ਪਾ ਕੇ ਬੈਠ ਜਾਈਏ ਕਿ ਅਸਾਂ ਮਰਨਾ ਹੀ ਨਹੀਂ ਤੇ ਇਹ ਗਲਤ ਹੈ। ਸੰਸਾਰ ਤੋਂ ਤੂੰ ਜਾਣਾ ਹੈ, ਇਹ ਸੱਚ ਹੈ। ਸੰਸਾਰ ਵਿੱਚ ਜੋ ਮਿਲਿਆ ਹੈ ਇਹ ਗੁਰੂ ਦਾ ਹੈ, ਆਪਣਾ ਨਹੀਂ। ਇੱਥੋਂ 2 ਮੀਲ ਦੂਰ ਘੁੰਗਰਾਣਾ ਪਿੰਡ ਵਿਖੇ 2-3 ਦੀਵਾਨ ਹੋਏ। ਮਹਾਰਾਜ ਨੇ ਆਪਣੇ ਹੱਥੀਂ ਗੁਰਦੁਆਰੇ ਦੀ ਨੀਂਹ ਰੱਖੀ। ਜਦੋਂ ਨੀਂਹ ਰੱਖ ਹੀ ਰਹੇ ਸਨ ਤਾਂ ਪਿੰਡ ਰਾਜਗੜ੍ਹ ਤੋਂ ਇੱਕ ਸਰਦਾਰ ਆ ਗਿਆ। ਹਜ਼ੂਰ ਅੱਗੇ ਪ੍ਰੇਮ ਸਹਿਤ ਮੱਥਾ ਟੇਕ ਕੇ ਰੋਣ ਲੱਗ ਪਿਆ। ਬੇਨਤੀ ਕੀਤੀ ਕਿ ਮੇਰੇ ਗ੍ਰਹਿ ਵਿਖੇ ਚਰਨ ਪਾਓ ਅਤੇ ਉੱਥੇ ਵੀ ਅੱਜ ਹੀ ਗੁਰਦੁਆਰੇ ਦੀ ਨੀਂਹ ਰੱਖੀ ਜਾਏ। ਮਹਾਰਾਜ ਨੇ ਕੁਝ ਛਕਿਆ ਛਕਾਇਆ ਨਹੀਂ। ਰੱਥ ਵਿੱਚ ਸਵਾਰ ਹੋ ਕੇ ਪਿੰਡ ਰਾਜਗੜ੍ਹ ਜਾ ਕੇ ਉਸੇ ਹੀ ਦਿਨ ਨੀਂਹ ਰੱਖ ਦਿੱਤੀ। ਹੁਣ ਉੱਥੇ ਆਲੀਸ਼ਾਨ ਗੁਰਦੁਆਰੇ ਹਨ। ਸੰਤ ਜੀ ਨੇ ਇੱਕੋ ਦਿਨ 2 ਪਿੰਡਾਂ ਦੇ ਗੁਰਦੁਆਰਿਆਂ ਦੀ ਨੀਂਹ ਰੱਖੀ ਤੇ ਕਿਹਾ ਕਿ ਅਸੀਂ ਗੁਰਦੁਆਰੇ ਦੀ ਸੇਵਾ ਲਈ ਹੀ ਆਏ ਹਾਂ। ਇਸ ਪਿੱਛੋਂ ਅਹਿਮਦਗੜ੍ਹ ਭਾਈ ਬਖਤਾਵਰ ਸਿੰਘ ਦੀ ਕੋਠੀ ਵਾਪਸ ਆ ਗਏ। ਅੱਗੇ ਪਿੰਡ ਮਹਿਰਾਨਾ ਕਲਾਂ ਤੋਂ ਸੰਗਤ ਆਈ ਹੋਈ ਸੀ।
ਭਾਈ ਨਰੈਣ ਸਿੰਘ, ਜਿਨ੍ਹਾਂ ਪਿੱਛੋਂ ਸੰਤ ਜੀ ਦਾ ਜੀਵਨ ਕਵਿਤਾ ਵਿੱਚ ਲਿਖਿਆ, ਦੇ ਨਾਲ ਭਾਈ ਬਿਸ਼ਨ ਸਿੰਘ, ਭਾਈ ਗੁਰਬਖਸ਼ ਸਿੰਘ, ਭਾਈ ਗੱਜਣ ਸਿੰਘ ਨੰਬਰਦਾਰ ਜੀ ਤੇ ਹੋਰ ਸੰਗਤਾਂ ਸ਼ਾਮਲ ਸਨ। ਮਹਾਰਾਜ ਜੀ ਨੇ ਮਹਿਰੇਣੀ ਦੇ ਗੁਰਦੁਆਰਾ ਸੰਤਪੁਰਾ ਵਿਖੇ ਆਲੇ ਦੁਆਲੇ ਦੀਆਂ ਸੰਗਤਾਂ ਨੂੰ ਦੋਵੇਂ ਸਮੇਂ ਦੀਵਾਨ ਵਿੱਚ ਆਉਣ ਲਈ ਬਚਨ ਕੀਤਾ। ਦੀਵਾਨ ਵਿੱਚ ਸੰਤ ਜੀ ਨੇ ਰਹਿ ਰਾਸ ਸਾਹਿਬ ਪੜ੍ਹੀ, ਜਿਸ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਵਈਏ ਦਾ ਉਚਾਰਨ ਕੀਤਾ। ਅਗਲੇ ਦਿਨ ਹਜ਼ੂਰ ਨੇ ਸੰਤ ਬਾਬਾ ਸੁੱਚਾ ਸਿੰਘ ਜੀ ਨੂੰ ਰਹਿ ਰਾਸ ਸੁਣਾਉਣ ਲਈ ਹੁਕਮ ਕੀਤਾ। ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਦਾਸ ਨੇ ਰਹਿ ਰਾਸ ਦਾ ਪਾਠ ਕੀਤਾ। ਹਜ਼ੂਰ ਖੁਸ਼ ਹੋਏ ਅਤੇ ਅਰਦਾਸ ਕਰਨ ਲਈ ਵੀ ਕਿਹਾ। ਅਰਦਾਸ ਉਪਰੰਤ ਸਾਥੀਆਂ ਨੇ ਕਿਹਾ ਕਿ ਅਰਦਾਸ ਛੋਟੀ ਕੀਤੀ ਹੈ। ਮਹਾਂਪੁਰਖ ਕਹਿਣ ਲੱਗੇ, ਅਰਦਾਸ ਲੰਬੀ ਨਹੀਂ ਕਰਨੀ ਚਾਹੀਦੀ, ਛੋਟੀ ਹੀ ਠੀਕ ਹੈ। ਰਾਵਲਪਿੰਡੀ ਤੋਂ ਸੰਤ ਜੀ ਮਹਾਰਾਜ ਨੂੰ ਨਡਾਲੀ ਦੀ ਸੰਗਤ ਆਪਣੇ ਨਾਲ ਲੈ ਗਈ। ਸਾਧ ਸੰਗਤ ਦੇ ਪ੍ਰੇਮ ਨੇ ਸੰਤ ਤੇਜਾ ਸਿੰਘ ਨੂੰ ਵੀ ਇੱਥੇ ਖਿੱਚ ਲਿਆ। ਇੱਥੇ ਇੱਕ ਬੜਾ ਭਾਰੀ ਦੀਵਾਨ ਨਿਯਤ ਕੀਤਾ ਹੋਇਆ ਸੀ। ਦੀਵਾਨ ਦੇ ਪਹਿਲੇ ਦਿਨ ਬੜਾ ਸ਼ਾਨਦਾਰ ਜਲੂਸ ਨਿਕਲਿਆ। ਦੂਜੇ ਦਿਨ ਅਖੰਡ ਕੀਰਤਨ ਹੁੰਦਾ ਰਿਹਾ। ਭਾਈ ਭਾਗ ਸਿੰਘ, ਹੀਰਾ ਸਿੰਘ ਅਤੇ ਦੂਰ ਦੂਰ ਤੋਂ ਕਈ ਰਾਗੀ ਜਥੇ ਪ੍ਰਚਾਰਕ ਆਏ ਹੋਏ ਸਨ। ਸੰਤ ਜੀ ਮਹਾਰਾਜ ਦੀ ਆਤਮਕ ਖਿੱਚ ਅਤੇ ਪ੍ਰੇਮ ਦੁਆਰਾ 900 ਮਾਈ ਭਾਈ ਅੰਮ੍ਰਿਤ ਛਕਣ ਲਈ ਤਿਆਰ ਹੋ ਗਏ। ਨਡਾਲੀ ਤੋਂ ਸੰਤ ਜੀ ਮਹਾਰਾਜ ਡੇਰਾ ਖਾਲਸੇ ਆਏ। ਦਾਸ ਸੰਤ ਤੇਜਾ ਸਿੰਘ ਜੀ ਵੀ ਨਾਲ ਸੀ। ਸੰਤ ਜੀ ਮਹਾਰਾਜ ਨੇ ਇਸ ਇਲਾਕੇ ਦੀ ਸੰਗਤ ਨੂੰ, ਜਿਹੜੀ ਕਿ ਬੜੇ ਚਿਰਾਂ ਤੋਂ ਦਰਸ਼ਨ ਦੀ ਉਡੀਕ ਵਿੱਚ ਸੀ, ਨਿਹਾਲ ਕੀਤਾ। 3 ਦਿਨ ਗੁਰਬਾਣੀ ਦੀ ਅੰਮ੍ਰਿਤ ਵਰਖਾ ਹੋਈ। ਚੌਥੇ ਦਿਨ ਜਦ ਤੁਰਨ ਲੱਗੇ ਤਾਂ ਸੰਤ ਜੀ ਮਹਾਰਾਜ ਗੁਰਦੁਆਰੇ ਸਾਹਿਬ ਤੋਂ ਬਾਹਰ ਹਜ਼ਾਰਾਂ ਮਾਈ ਭਾਈ ਨੂੰ ਦਰਸ਼ਨ ਦੇਣ ਲਈ ਕੰਧ ਨਾਲ ਖਲੋ ਗਏ ਅਤੇ ਬੜੇ ਬੈਰਾਗ ਵਿੱਚ ਇਹ ਸ਼ਬਦ ਪੜ੍ਹਿਆ, ਕਦੀ ਹੋਣਗੇ ਸੰਜੋਗੀ ਮੇਲੇ ਪਿਆਰੀਆਂ ਸੰਗਤਾਂ ਦੇ। ਦਾ ਸਾਰਾ ਸ਼ਬਦ ਉਸ ਧਾਰਨਾ ਵਿੱਚ, ਨਦੀਆਂ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ, ਜੁਗ ਜੁਗ ਮੀਠਾ ਵਿਸ ਪਰੇ ਕੋ ਜਾਣੈ ਜੋਗੀ ਰਾਮ। ਦਾ ਸਾਰਾ ਸ਼ਬਦ ਪੜਿਆ। ਸਰਬੱਤ ਸਾਧ ਸੰਗਤ ਦੇ ਨੇਤਰਾਂ ਵਿੱਚੋਂ ਨੀਰ ਵਹਿ ਟੁਰਿਆ, ਥੰਮੇ ਹੀ ਨਹੀਂ। ਜਦ ਸੰਤ ਜੀ ਮਹਾਰਾਜ ਸ਼ਬਦ ਸੰਪੂਰਨ ਕਰ ਚੁੱਕੇ, ਤਦ ਸਾਧ ਸੰਗਤ ਨੂੰ ਇਸ ਵੈਰਾਗ ਦੀ ਦਸ਼ਾ ਵਿੱਚ ਦੇਖ ਕੇ ਦਿਲਾਸਾ ਦਿੱਤਾ ਅਤੇ ਫਰਮਾਇਆ, ਹਮ ਵਾਸੀ ਹੈ ਉਸ ਦੇਸ਼ ਕੇ, ਜਹਾਂ ਜਾਤ ਵਰਨ ਕੁਲ ਨਾਹੇ, ਸ਼ਬਦ ਮਿਲਾਵਾ ਹੋਤ ਹੈ, ਦੇਹ ਮਿਲਾਵਾ ਨਾਹੇ। ਪ੍ਰੇਮਿਓ, ਸਾਡਾ ਅਸਲੀ ਸਰੂਪ ਸਤਿਨਾਮ ਵਾਹਿਗੁਰੂ ਹੈ। ਇਸ ਸ਼ਬਦ ਨੂੰ ਪ੍ਰੇਮ ਨਾਲ ਜਪੋ। ਆਸਾਂ ਸਦਾ ਲਈ ਤੁਹਾਡੇ ਅੰਗ ਸੰਗ ਹੀ ਹਾਂ। ਇਹ ਉਪਦੇਸ਼ ਕਰਕੇ ਸੰਤ ਜੀ ਮਹਾਰਾਜ ਮਾਣਕਿਆਲੇ ਸਟੇਸ਼ਨ ਵੱਲ ਤੁਰ ਪਏ ਅਤੇ ਇੱਥੋਂ ਗੱਡੀ ਤੇ ਚੜ੍ਹ ਕੇ ਦਰਿਆ ਜੇਹਲਮ ਦੇ ਕਿਨਾਰੇ ਸਰਾਏ ਆਲਮਗੀਰ ਸੰਤ ਜੋਧ ਸਿੰਘ ਜੀ ਦੇ ਪਾਸ ਚਲੇ ਗਏ। ਇੱਥੇ ਕੁਝ ਦੇਰ ਆਰਾਮ ਕੀਤਾ। ਥੋੜ੍ਹੇ ਦਿਨ ਮਗਰੋਂ ਇਸ ਗੁਰਦੁਆਰੇ ਦਾ ਪਹਿਲਾ ਦੀਵਾਨ ਸੀ। ਹਜ਼ਾਰਾਂ ਸੰਗਤਾਂ ਨੂੰ ਗੁਰਬਾਣੀ ਅਤੇ ਖੰਡੇ ਦਾ ਪੌਲ ਦੇ ਕੇ ਨਿਹਾਲ ਕੀਤਾ। ਸੰਤ ਜੀ ਦੀ ਕੰਡ ਤੇ ਪਿੱਤ ਪੱਕਣ ਨਾਲ ਇੱਕ ਬੜੇ ਡੂੰਘੇ ਜ਼ਖਮ ਦਾ ਫੋੜਾ ਸੀ। ਇਸ ਵਿੱਚ ਸਲਾਈ ਦੇ 2 ਇੰਚ ਚਲੀ ਜਾਂਦੀ ਸੀ। ਦੀਵਾਨ ਦੇ ਸਮਾਗਮ ਦੇ ਮਗਰੋਂ ਸੰਤ ਭਾਈ ਜੋਧ ਸਿੰਘ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਦਾਸ ਦਾ ਇੱਕ ਗੁਰਦੁਆਰਾ ਕਸੌਲੀ ਕੋਲ ਗੜਖਲ ਬਸਤੀ ਵਿੱਚ ਹੈ। ਹਜ਼ੂਰ ਕੁਝ ਚਿਰ ਉੱਥੇ ਟਿਕ ਕੇ ਆਰਾਮ ਕਰੋ। ਠੰਡ ਕਰਕੇ ਫੋੜੇ ਨੂੰ ਕੁਦਰਤੀ ਆਰਾਮ ਆ ਜਾਏਗਾ। ਇਹ ਬੇਨਤੀ ਮੰਨ ਕੇ ਸੰਤ ਜੀ ਮਹਾਰਾਜ ਸਰਾਏ ਆਲਮਗੀਰ ਤੋਂ ਪਹਾੜਾਂ ਵੱਲ ਚਲੇ ਗਏ। ਧੰਨਵਾਦ। ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਜੇ ਕੋਈ ਭੁੱਲ ਚੁੱਕ ਹੋ ਗਈ ਹੋਵੇ ਤੇ ਮਾफ़ ਕਰ ਦੇਣਾ। ਧੰਨਵਾਦ।